हाँ जी, स्वागत है जी तुहाडा सारिਆਂ ਦਾ ਸਾਡੇ YouTube ਚੈਨਲ एग्जाम स्टडी विद जॉब अलर्ट ਤੇ। ਸੋ ਅੱਜ ਦੀ ਜਿਹੜੀ ਆਪਣੀ ਕਲਾਸ ਹੈ ਉਹ ਭਾਰਤੀ ਸੰਵਿਧਾਨ ਤੇ ਹੈ। ਇਸ ਤੋਂ ਪਹਿਲਾਂ ਵਾਲੀਆਂ ਸੀ ਜਿਹੜੀਆਂ ਉਹ ਪੋਲਿਟੀ ਤੇ ਚੱਲ ਰਹੀਆਂ ਸੀ ਸੰਵਿਧਾਨ ਦੇ ਵਿੱਚ। ਤਾਂ ਇਹਦੇ ਵਿੱਚ ਕਨਸੈਪਟ ਹੈ ਜਿਹੜਾ ਬਹੁਤ ਜ਼ਰੂਰੀ ਹੈ। ਲਗਭਗ ਸਾਰਾ ਪੋਲਿਟੀ ਦਾ ਨਿਚੋੜ ਆ ਜਿਹੜਾ ਇਹਦੇ ਵਿੱਚ ਆ ਜਾਂਦਾ ਹੈ। ਸੰਵਿਧਾਨ ਦੇ ਵਿੱਚ ਪਹਿਲਾ ਤੇ ਆਖਰੀ ਸੰਵਿਧਾਨ ਦੇ ਵਿਸ਼ੇ ਨੇ ਜਿਹੜੇ ਕਿਹੜੀਆਂ ਕੰਟਰੀਆਂ ਤੋਂ ਲਏ ਗਏ ਨੇ ਜਿਨ੍ਹਾਂ ਨੂੰ ਸੋਮੇ ਕਿਹਾ ਜਾਂਦਾ ਹੈ, ਅਤੇ ਸੰਵਿਧਾਨ ਨਾਲ ਸੰਬੰਧਿਤ ਮਿਤੀਆਂ। ਸੋ ਇਹਨਾਂ ਤਿੰਨਾਂ 'ਤੇ ਤੁਹਾਨੂੰ ਜਿਹੜੀ ਵੀਡੀਓ ਇਹ ਪ੍ਰੋਵਾਈਡ ਕਰਨ ਜਾ ਰਹੇ ਹਾਂ। ਕਾफ़ी ਸਾਰੇ ਕੁਐਸਚਨ ਹੈ ਜਿਹੜੇ ਤੁਹਾਨੂੰ ਕਲੀਅਰ ਹੋ ਜਾਣਗੇ। ਨਾਲ ਤੁਹਾਨੂੰ ਨਾਲ ਇਹ ਵੀ ਦੱਸਾਂਗੇ ਵੀ ਕਿਹੜਾ ਕਰਨਾ ਕਿਹੜਾ ਛੱਡਣਾ ਹੈ। ਤਾਂ ਡੇਲੀ ਕਲਾਸ ਦੀ ਅਪਡੇਟ ਮਿਲਦੀ ਰਹੇ। ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨਾਲ ਤੇ ਪ੍ਰੈਸ ਜ਼ਰੂਰ ਕਰ ਲਿਓ ਜੋ ਪਹਿਲੀ ਵਾਰ ਚੈਨਲ ਤੇ ਵਿਜ਼ਿਟ ਕਰ ਰਹੇ ਹੈ। ਤਾਂ ਸਟਾਰਟ ਕਰਦੇ ਹਾਂ ਜੀ। ਤਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਭਾਰਤ ਦੇ ਪਹਿਲੇ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀਆਂ ਦੀ। ਅਕਸਰ ਐਗਜ਼ਾਮ ਦੇ ਵਿੱਚ 3 ਤੋਂ 4 ਨੰਬਰਾਂ ਦੇ ਪ੍ਰਸ਼ਨ ਆ ਜਾਂਦੇ ਨੇ। ਸੋ ਆਪਣਾ ਭਾਰਤ ਦਾ ਪਹਿਲਾ ਰਾਸ਼ਟਰਪਤੀ ਕੌਣ ਬਣਿਆ ਸੀਗਾ? ਸਭ ਤੋਂ ਪਹਿਲਾ ਕੁਐਸਚਨ ਇਹੀ ਬਣਦਾ ਹੈ, ਵਾਰ-ਵਾਰ ਐਗਜ਼ਾਮ ਦੇ ਵਿੱਚ ਆਉਂਦਾ ਹੈ। ਤਾਂ ਡਾਕਟਰ ਰਾਜਿੰਦਰ ਪ੍ਰਸਾਦ ਜੋ ਭਾਰਤ ਦੇ ਪਹਿਲੇ ਰਾਸ਼ਟਰਪਤੀ ਸੀ। ਅਕਸਰ ਇੱਦਾਂ ਦੀਆਂ ਆਪਸ਼ਨਾਂ ਤੁਹਾਨੂੰ ਐਗਜ਼ਾਮ ਦੇ ਵਿੱਚ ਮਿਲਣਗੀਆਂ। ਦੂਸਰਾ ਹੈਗਾ ਭਾਰਤ ਦਾ ਪਹਿਲਾ ਉਪ ਰਾਸ਼ਟਰਪਤੀ ਕੌਣ ਸੀਗਾ? ਤਾਂ ਪੰਜਾਬ ਟੈਟ ਦੇ ਵਿੱਚ ਕੁਐਸਚਨ ਪੁੱਛਿਆ ਗਿਆ ਸੀ। ਮਾਸਟਰ ਕੇਡਰ ਦੇ ਵਿੱਚ ਵੀ ਕੁਐਸਚਨ ਆ ਚੁੱਕੇ ਹੈ। ਭਾਰਤ ਦਾ ਪਹਿਲਾ ਰਾਸ਼ਟਰਪਤੀ ਡਾਕਟਰ ਰਾਜਿੰਦਰ ਪ੍ਰਸਾਦ ਸੀਗਾ। ਭਾਰਤ ਦਾ ਪਹਿਲਾ ਉਪ ਰਾਸ਼ਟਰਪਤੀ ਤਾਂ ਇਹ ਸੀਗੇ ਡਾਕਟਰ ਰਾਧਾ ਕ੍ਰਿਸ਼ਨਨ। ਤੀਸਰਾ ਆਉਂਦਾ ਹੈ ਭਾਰਤ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਤਾਂ ਉਹ ਸੀਗੇ ਸ਼੍ਰੀਮਤੀ ਪ੍ਰਤਿਭਾ ਪਾਟਿਲ। ਅਤੇ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਤਾਂ ਉਹ ਸੀਗੇ ਪੰਡਿਤ ਜਵਾਹਰ ਲਾਲ ਨਹਿਰੂ। ਅੱਗੇ ਆਉਂਦਾ 5ਵੇਂ ਨੰਬਰ 'ਤੇ ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਕੌਣ ਸੀ? ਸ਼੍ਰੀਮਤੀ ਇੰਦਰਾ ਗਾਂਧੀ। ਭਾਰਤ ਦਾ ਪਹਿਲਾ ਸਿੱਖ ਪ੍ਰਧਾਨ ਮੰਤਰੀ ਕੌਣ ਸੀ? ਤਾਂ ਉਹ ਸੀਗੇ ਡਾਕਟਰ ਮਨਮੋਹਨ ਸਿੰਘ। ਭਾਰਤ ਦਾ ਪਹਿਲਾ ਮੁੱਖ ਚੋਣ ਕਮਿਸ਼ਨਰ ਕੌਣ ਸੀਗਾ? ਤਾਂ ਉਹ ਸੀਗੇ ਸੁਕੁਮਾਰ ਸੇਨ। ਇਹ ਕੁਐਸਚਨ ਕਾਫੀ ਵਾਰ ਐਗਜ਼ਾਮ ਦੇ ਵਿੱਚ ਆਇਆ ਹੈ। ਭਾਰਤ ਦਾ ਪਹਿਲਾ ਸਿੱਖਿਆ ਮੰਤਰੀ ਕੌਣ ਸੀ? ਸ਼੍ਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਜੋ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਹੋਏ ਸੀਗੇ। 9ਵੇਂ ਨੰਬਰ 'ਤੇ ਆਉਂਦਾ ਹੈ ਭਾਰਤ ਦਾ ਪਹਿਲਾ ਵਿਦੇਸ਼ ਮੰਤਰੀ ਕੌਣ ਸੀਗਾ? ਤਾਂ ਪੰਡਿਤ ਜਵਾਹਰ ਲਾਲ ਨਹਿਰੂ ਭਾਰਤ ਦੇ ਪਹਿਲੇ ਵਿਦੇਸ਼ ਮੰਤਰੀ ਸੀਗੇ। ਭਾਰਤ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਕੌਣ ਸੀ? ਤਾਂ ਉਹ ਸੀ ਸੁਚੇਤਾ ਕ੍ਰਿਪਲਾਨੀ। ਭਾਰਤ ਦਾ ਪਹਿਲਾ ਰੱਖਿਆ ਮੰਤਰੀ ਤਾਂ ਉਹ ਸੀਗੇ ਬਲਦੇਵ ਸਿੰਘ। ਭਾਰਤ ਦਾ ਪਹਿਲਾ ਗ੍ਰਹਿ ਮੰਤਰੀ ਸ਼੍ਰੀ ਵੱਲਭ ਭਾਈ ਪਟੇਲ। ਮੋਸਟ ਇੰਪੋਰਟੈਂਟ ਹੈ ਇਹ। ਭਾਰਤ ਦੀ ਪਹਿਲੀ ਮਹਿਲਾ ਗਵਰਨਰ ਸ਼੍ਰੀਮਤੀ ਸਰੋਜਨੀ ਨਾਇਡੂ। ਸਰਬ ਉੱਚ ਅਦਾਲਤ ਦਾ ਪਹਿਲਾ ਮੁੱਖ ਜੱਜ ਤਾਂ ਉਹ ਸੀਗੇ ਸ਼੍ਰੀ ਹੀਰਾ ਲਾਲ ਜੇ ਕਾਨੀਆ। 15ਵੇਂ ਨੰਬਰ 'ਤੇ ਆਉਂਦਾ ਸਰਵਉੱਚ ਅਦਾਲਤ ਦੀ ਪਹਿਲੀ ਮਹਿਲਾ ਮੁੱਖ ਜੱਜ ਫਾਤਿਮਾ ਬੀਬੀ। ਲੋਕ ਸਭਾ ਦਾ ਪਹਿਲਾ ਸਪੀਕਰ ਕੌਣ ਸੀ? ਗਣੇਸ਼ ਵਾਸੁਦੇਵ ਮਵਲੰਕਰ। ਪੰਜਾਬ ਦਾ ਪਹਿਲਾ ਮੁੱਖ ਮੰਤਰੀ ਪੰਜਾਬ ਸਟੇਟ 'ਤੇ ਕੁਐਸਚਨ ਪੁੱਛਿਆ ਗਿਆ ਹੈ ਤਾਂ ਗੋਪੀ ਚੰਦ ਭਾਰਗਵ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਹੋਏ ਹੈ। ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਤਾਂ ਉਹ ਹੈ ਸ਼੍ਰੀਮਤੀ ਰਜਿੰਦਰ ਕੌਰ ਭੱਠਲ। ਪੰਜਾਬ ਦਾ ਪਹਿਲਾ ਗਵਰਨਰ ਚੰਦੂ ਲਾਲ ਮਾਧਵ ਲਾਲ ਤ੍ਰਿਵੇਦੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਮੁੱਖ ਜੱਜ ਤਾਂ ਉਹ ਸੀਗਾ AN ਭੰਡਾਰੀ। ਰਾਜ ਸਭਾ ਦਾ ਪਹਿਲਾ ਅਧਿਅਕਸ਼ ਤਾਂ ਉਹ ਸੀਗੇ ਡਾਕਟਰ S ਰਾਧਾ ਕ੍ਰਿਸ਼ਨਨ। ਦਿੱਲੀ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਦਿੱਲੀ ਦੀ ਪੁੱਛਿਆ ਜਾ ਸਕਦਾ ਹੈ, ਪੰਜਾਬ ਦੀ ਵੀ ਪੁੱਛਿਆ ਜਾ ਸਕਦਾ ਹੈ। ਤਾਂ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਸ਼੍ਰੀਮਤੀ ਰਜਿੰਦਰ ਕੌਰ ਭੱਠਲ ਸੀ। ਦਿੱਲੀ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਸ਼੍ਰੀਮਤੀ ਸ਼ੀਲਾ ਦੀਕਸ਼ਿਤ ਜਿਨ੍ਹਾਂ ਨੂੰ ਹਰਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਹੋਂਦ ਵਿੱਚ ਆਈ ਸੀ। ਤਾਂ ਇਹ 22 ਜਿਹੜੇ ਸ਼ਾਰਟ ਦੇ ਵਿੱਚ ਕਾਲਮ ਨੇ ਆਪਣੇ ਆਪ ਦੇ ਵਿੱਚ ਕੁਐਸਚਨ ਨੇ। ਇਹਨਾਂ ਵਿੱਚੋਂ 22 ਦੇ ਵਿੱਚੋਂ
22 ਹੀ ਐਗਜ਼ਾਮ ਦੇ ਵਿੱਚ ਪੁੱਛੇ ਜਾ ਚੁੱਕੇ ਨੇ। ਤਾਂ ਸ਼ਾਰਟ ਦੇ ਵਿੱਚ ਇਹ ਤੁਹਾਨੂੰ ਅਲੱਗ ਤੋਂ ਵੀਡੀਓ ਜਿਹੜੀ ਪ੍ਰੋਵਾਈਡ ਕਰਵਾਈ ਹੈ। ਸੋ ਇਹਦੇ ਵਿੱਚ 22 ਨੇ। ਹੁਣ ਇਹਦੇ ਵਿੱਚ ਅਗਰ ਤੁਸੀਂ ਮੇਨ ਕਿਹੜੇ ਯਾਦ ਕਰਨੇ ਹੈ, ਸੋ ਇੱਕ ਵਾਰ ਦੁਬਾਰੇ ਫਿਰ ਤੋਂ ਕਾਲਮ 'ਤੇ ਹੈ। ਪਹਿਲਾ ਕਾਲਮ ਜ਼ਰੂਰੀ ਹੈ, ਅਕਸਰ ਐਗਜ਼ਾਮ ਦੇ ਵਿੱਚ ਆਉਂਦਾ। ਰਾਸ਼ਟਰਪਤੀ ਹੋ ਗਿਆ ਪਹਿਲਾ, ਫਿਰ ਪਹਿਲਾ ਉਪ ਰਾਸ਼ਟਰਪਤੀ ਹੋ ਗਿਆ, 2 ਕੁਐਸਚਨ ਬਣ ਗਏ। ਫਿਰ ਪਹਿਲੀ ਮਹਿਲਾ ਰਾਸ਼ਟਰਪਤੀ ਹੋ ਗਈ, ਇਹ ਵੀ ਅਲੱਗ ਕੁਐਸਚਨ ਬਣ ਗਿਆ। ਫਿਰ ਪਹਿਲਾ ਪ੍ਰਧਾਨ ਮੰਤਰੀ ਵਾਲਾ ਕੁਐਸਚਨ ਬਣ ਗਿਆ, ਇਹ ਵੀ ਅਲੱਗ ਹੈ। ਫਿਰ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਪੁੱਛ ਲਈ ਗਈ, ਇਹ ਵੀ ਕੁਐਸਚਨ ਅਲੱਗ ਹੈ। ਫਿਰ ਸਿੱਖ ਪ੍ਰਧਾਨ ਮੰਤਰੀ ਆ ਗਿਆ, ਇਹ ਵੀ ਬਿਲਕੁਲ ਸੌਖਾ ਹੈ, ਮਨਮੋਹਨ ਸਿੰਘ ਹੈ। ਫਿਰ ਚੋਣ ਕਮਿਸ਼ਨਰ ਆ ਗਿਆ, ਸੁਕੁਮਾਰ ਸੇਨ ਹੈ। ਫਿਰ ਸਿੱਖਿਆ ਮੰਤਰੀ ਆ ਗਿਆ। ਸੋ ਪਹਿਲੇ 7 ਤਾਂ ਤੁਹਾਨੂੰ ਕਰਨੇ ਪੈਣਗੇ। ਇਹ ਤਾਂ 7 ਦੇ 7 ਤੁਹਾਨੂੰ ਐਗਜ਼ਾਮ ਦੇ ਵਿੱਚ ਪੁੱਛੇ ਜਾਣਗੇ। ਇਹਨਾਂ 'ਚੋਂ 2-3 100% ਸ਼ੋਰ ਹੈ ਤੁਹਾਨੂੰ ਐਗਜ਼ਾਮ ਦੇ ਵਿੱਚ ਆ ਹੀ ਜਾਣਗੇ। ਫਿਰ ਆ ਜਾਓ ਤੁਸੀਂ 10 ਨੰਬਰ ਕਾਲਮ 'ਤੇ। ਭਾਰਤ ਦੀ ਪਹਿਲੀ ਮਹਿਲਾ ਮੁੱਖ ਮੰਤਰੀ, ਇਹ ਵੀ ਪੁੱਛਿਆ ਜਾ ਸਕਦਾ ਹੈ। ਤਾਂ ਸੁਚੇਤਾ ਕ੍ਰਿਪਲਾਨੀ ਸੀ। ਤਾਂ ਫਿਰ ਗਵਰਨਰ ਵੀ ਜ਼ਰੂਰ ਪੁੱਛਿਆ ਜਾਂਦਾ ਹੈ। ਭਾਰਤ ਦੀ ਪਹਿਲੀ ਮਹਿਲਾ ਗਵਰਨਰ ਸ਼੍ਰੀਮਤੀ ਸਰੋਜਨੀ ਨਾਇਡੂ। ਸੋ ਜੱਜ ਵੀ ਪੁੱਛਿਆ ਜਾਂਦਾ, 14 ਨੰਬਰ ਕਾਲਮ ਵੀ ਜ਼ਰੂਰ ਕਰ ਲਿਓ। ਸਰਵਉੱਚ ਅਦਾਲਤ ਦਾ ਪਹਿਲਾ ਮੁੱਖ ਜੱਜ ਸ਼੍ਰੀ ਹੀਰਾ ਲਾਲ ਜੇ ਕਾਨੀਆ। ਮਹਿਲਾ ਜੱਜ ਵੀ ਪੁੱਛੀ ਜਾਂਦੀ ਹੈ, ਫਾਤਿਮਾ ਬੀਬੀ, ਬਹੁਤ ਮਸ਼ਹੂਰ ਹੈ ਕੁਐਸਚਨ ਇਹ। ਅਤੇ ਇਸ ਤੋਂ ਬਾਅਦ 16 ਨੰਬਰ ਕਾਲਮ ਆ ਗਿਆ। ਲੋਕ ਸਭਾ ਦਾ ਪਹਿਲਾ ਸਪੀਕਰ ਮਵਲੰਕਰ, ਯਾਦ ਰੱਖ ਲਿਓ, ਗਣੇਸ਼ ਵਾਸੂਦੇਵ ਮਵਲੰਕਰ ਸੀ। ਸੋ ਪੰਜਾਬ ਦੀ ਮਹਿਲਾ ਮੁੱਖ ਮੰਤਰੀ ਤੁਹਾਨੂੰ ਪਤਾ ਹੀ ਹੈ, ਪਹਿਲਾ ਮੁੱਖ ਮੰਤਰੀ ਗੋਪੀ ਚੰਦ ਭਾਰਗਵ ਸੀਗਾ। ਸੋ ਇਸ ਤੋਂ ਇਲਾਵਾ ਦਿੱਲੀ ਦੀ ਮਹਿਲਾ ਮੁੱਖ ਮੰਤਰੀ, ਸੋ ਇਹ ਜ਼ਿਆਦਾ ਚਾਂਸ ਨਹੀਂ ਪੁੱਛਣ ਦੇ। ਇਸ ਤੋਂ 20 ਨੰਬਰ ਕਾਲਮ ਕਰ ਲਿਓ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਪਹਿਲਾ ਮੁੱਖ ਜੱਜ ਕੌਣ ਸੀ? ਪਹਿਲਾ ਮੁੱਖ ਜੱਜ AN ਭੰਡਾਰੀ। ਸੋ ਇਹ ਪ੍ਰੈਜੈਂਟ ਤੌਰ 'ਤੇ ਪੁੱਛਿਆ ਜਾ ਸਕਦਾ ਹੈ ਅਤੇ ਪਹਿਲੇ ਦੇ ਤੌਰ 'ਤੇ ਵੀ ਪੁੱਛਿਆ ਜਾ ਸਕਦਾ ਹੈ, ਇਹ ਜ਼ਰੂਰ ਧਿਆਨ ਰੱਖਿਓ। ਅੱਗੇ ਆ ਗਿਆ ਭਾਰਤੀ ਸੰਵਿਧਾਨ ਦੇ ਵਿਸ਼ੇ। ਭਾਰਤੀ ਸੰਵਿਧਾਨ ਦੇ ਵਿੱਚ ਕਿਹੜੀ ਚੀਜ਼ ਕਿਸ ਤੋਂ ਲਈ ਗਈ ਹੈ, ਕਿਹੜਾ ਸੋਮਾ ਕਿਹੜੇ ਦੇਸ਼ ਤੋਂ ਲਿਆ ਗਿਆ ਹੈ? ਸੋ ਪਹਿਲਾ ਆਉਂਦਾ ਹੈ ਸੰਸਦੀ ਪ੍ਰਣਾਲੀ ਆ ਗਈ, ਕਾਨੂੰਨ ਦਾ ਸ਼ਾਸਨ ਆ ਗਿਆ ਅਤੇ ਇਕਹਿਰੀ ਨਾਗਰਿਕਤਾ ਆ ਗਈ। ਹੁਣ ਇੱਥੇ ਤਾਂ ਤੁਹਾਨੂੰ ਇਹ ਤਿੰਨੇ ਇੱਕ ਕਾਲਮ 'ਚ ਮਿਲ ਗਏ ਕਿ ਇਹ ਬ੍ਰਿਟਿਸ਼ ਸੰਵਿਧਾਨ ਤੋਂ ਲਏ ਗਏ ਨੇ, ਬ੍ਰਿਟਿਸ਼ ਸੰਵਿਧਾਨ ਦੇ ਸੋਮੇ ਨੇ। ਐਗਜ਼ਾਮ ਦੇ ਵਿੱਚ ਹੋ ਸਕਦਾ ਤੁਹਾਨੂੰ ਇਕੱਲੀ ਸੰਸਦੀ ਪ੍ਰਣਾਲੀ ਪੁੱਛ ਲਿਆ ਜਾਵੇ, ਜਾਂ ਕਾਨੂੰਨ ਦਾ ਸ਼ਾਸਨ ਪੁੱਛ ਲਿਆ ਜਾਵੇ, ਜਾਂ ਇਕਹਿਰੀ ਨਾਗਰਿਕਤਾ। ਵੀ ਭਾਰਤੀ ਸੰਵਿਧਾਨ ਦੀ ਸੰਸਦੀ ਪ੍ਰਣਾਲੀ ਕਿਸ ਤੋਂ ਲਈ ਗਈ ਹੈ, ਜਾਂ ਕਾਨੂੰਨ ਦਾ ਸ਼ਾਸਨ ਕਿਸ ਤੋਂ ਲਿਆ ਗਿਆ ਹੈ, ਜਾਂ ਇਕਹਿਰੀ ਨਾਗਰਿਕਤਾ ਕਿਸ ਤੋਂ ਲਈ ਗਈ ਹੈ? ਤਾਂ ਬ੍ਰਿਟਿਸ਼ ਸੰਵਿਧਾਨ ਤੋਂ। ਦੂਸਰਾ ਨੰਬਰ ਹੋ ਗਿਆ ਮੌਲਿਕ ਅਧਿਕਾਰ, ਨਿਆਂਪਾਲਿਕਾ ਦੀ ਸੁਤੰਤਰਤਾ ਅਤੇ ਨਿਆਇਕ ਪੁਨਰ ਨਿਰੀਖਣ। ਇਹਦੇ ਵਿੱਚ ਇਕੱਲਾ ਮੌਲਿਕ ਅਧਿਕਾਰ ਪੁੱਛਿਆ ਜਾ ਸਕਦਾ ਹੈ, ਇਹ ਮੋਸਟ ਇੰਪੋਰਟੈਂਟ ਹੈ। ਇਹ 'ਤੇ ਪ੍ਰਸ਼ਨ ਹੈ ਜਿਹੜਾ ਬਣਦਾ ਹੈ ਕਿ ਮੌਲਿਕ ਅਧਿਕਾਰ ਕਿਹੜੇ ਦੇਸ਼ ਤੋਂ ਲਿਆ ਗਿਆ ਹੈ? ਤਾਂ ਅਮਰੀਕਾ ਦੇ ਸੰਵਿਧਾਨ ਤੋਂ। ਮੌਲਿਕ ਅਧਿਕਾਰ ਤਾਂ ਆਹੀ ਗਿਆ ਅਤੇ ਨਿਆਂਪਾਲਿਕਾ ਦੀ ਸੁਤੰਤਰਤਾ, ਨਿਆਇਕ ਪੁਨਰ ਨਿਰੀਖਣ। ਤਾਂ ਇਹਦੇ ਵਿੱਚ ਤੁਹਾਤੋਂ ਜਿਹੜਾ ਮੌਲਿਕ ਅਧਿਕਾਰ ਹੀ ਪੁੱਛਿਆ ਜਾਏਗਾ। ਜ਼ਿਆਦਾਤਰ ਕੁਐਸਚਨ ਮੌਲਿਕ ਅਧਿਕਾਰ 'ਤੇ ਕੀ ਬਣਦਾ ਹੈ ਕਿ ਮੌਲਿਕ ਅਧਿਕਾਰ ਕਿਸ ਤੋਂ ਲਏ ਗਏ ਨੇ, ਜਾਂ ਭਾਰਤੀ ਸੰਵਿਧਾਨ ਦੇ ਵਿੱਚ ਦਰਜ ਜਿਹੜੇ ਮੌਲਿਕ ਅਧਿਕਾਰ ਨੇ ਇਹ ਕਿਹੜੇ ਦੇਸ਼ ਦੇ ਸੰਵਿਧਾਨ ਤੋਂ ਆ ਜਿਹੜੇ ਲਏ ਗਏ ਨੇ? ਤਾਂ ਅਮਰੀਕਾ ਦੇ ਸੰਵਿਧਾਨ ਤੋਂ। ਤੀਸਰਾ ਆ ਗਿਆ ਮੋਸਟ ਇੰਪੋਰਟੈਂਟ ਹੈ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ। ਤਾਂ ਇਹ ਲਏ ਗਏ ਨੇ ਆਇਰਲੈਂਡ ਦੇ ਸੰਵਿਧਾਨ ਤੋਂ। ਚੌਥਾ ਆ ਗਿਆ ਸੰਘਾਤਮਕ ਸ਼ਾਸਨ ਪ੍ਰਣਾਲੀ, ਰਾਜਪਾਲ ਦੀ ਨਿਯੁਕਤੀ ਕੇਂਦਰ ਦੇ ਦੁਆਰਾ। ਸੋ ਨੀਚੇ ਵਾਲਾ ਤਾਂ ਨਹੀਂ ਐਗਜ਼ਾਮ ਦੇ ਵਿੱਚ ਪੁੱਛਿਆ ਜਾਏਗਾ, ਸੰਘਾਤਮਕ ਸ਼ਾਸਨ ਪ੍ਰਣਾਲੀ ਪੁੱਛਿਆ ਜਾਂਦਾ ਹੈ। ਤਾਂ ਕੈਨੇਡਾ ਦੇ ਸੰਵਿਧਾਨ ਤੋਂ ਇਹ ਸੋਮਾ ਜਿਹੜਾ ਲਿਆ ਗਿਆ। ਅੱਗੇ ਆ ਗਿਆ 5ਵਾਂ ਨੰਬਰ ਮੋਸਟ ਇੰਪੋਰਟੈਂਟ ਹੈ ਸਮਵਰਤੀ ਸੂਚੀ ਅਤੇ ਦੋਹਾਂ ਸਦਨਾਂ ਦੀ ਸਾਂਝੀ ਬੈਠਕ। ਤਾਂ ਸਮਵਰਤੀ ਸੂਚੀ ਪੁੱਛਿਆ ਜਾਂਦਾ ਹੈ, ਤਾਂ ਆਸਟ੍ਰੇਲੀਆ ਦੇ ਸੰਵਿਧਾਨ ਤੋਂ ਲਿਆ ਗਿਆ ਸੋਮਾ। ਇਹ ਸਮਵਰਤੀ ਸੂਚੀ ਆਸਟ੍ਰੇਲੀਆ ਦੇ ਸੰਵਿਧਾਨ ਤੋਂ ਲਈ ਗਈ ਹੈ। 6ਵੇਂ ਨੰਬਰ 'ਤੇ ਆਉਂਦਾ ਸੰਕਟਕਾਲੀਨ ਸ਼ਕਤੀਆਂ ਦਾ ਸੰਕਲਪ। ਤਾਂ ਇਹ ਜ਼ਿਆਦਾ ਇੰਪੋਰਟੈਂਟ ਨਹੀਂ ਹੈ, ਜਰਮਨੀ ਦੇ ਵਾਈਮਰ ਸੰਵਿਧਾਨ ਤੋਂ ਲਏ ਗਏ ਨੇ ਸੰਕਟਕਾਲੀਨ ਸ਼ਕਤੀਆਂ। 7ਵਾਂ ਮੋਸਟ ਇੰਪੋਰਟੈਂਟ ਹੈ ਮੌਲਿਕ ਅਧਿਕਾਰ ਅਤੇ ਮੌਲਿਕ ਕਰਤੱਵ। ਇਹ ਜ਼ਰੂਰ ਪੁੱਛੇ ਜਾਂਦੇ ਹੈ।
ਤਾਂ ਇੱਥੇ ਮੌਲਿਕ ਕਰਤੱਵ, ਪ੍ਰਸਤਾਵਨਾ ਵੀ ਪੁੱਛ ਲਈ ਜਾਂਦੀ ਹੈ ਸ਼ਾਰਟ ਦੇ ਵਿੱਚ। ਪ੍ਰਸਤਾਵਨਾ ਵਿੱਚ ਦਰਜ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਯਮ। ਤਾਂ ਇਹ ਲਏ ਗਏ ਨੇ ਰੂਸ ਦੇ ਸੰਵਿਧਾਨ ਤੋਂ ਜਾਂ ਸੋਵੀਅਤ ਸੰਵਿਧਾਨ। ਤਾਂ ਇੱਥੇ ਮੌਲਿਕ ਕਰਤੱਵ ਇਕੱਲਾ ਪੁੱਛਿਆ ਜਾ ਸਕਦਾ ਹੈ, ਪ੍ਰਸਤਾਵਨਾ ਪੁੱਛੀ ਜਾ ਸਕਦੀ ਹੈ ਤਾਂ ਰੂਸ ਦੇ ਸੰਵਿਧਾਨ ਤੋਂ ਜਾਂ ਸੋਵੀਅਤ ਸੰਘ। 8ਵਾਂ ਹੁੰਦਾ ਹੈ ਗਣਤੰਤਰ, ਸੁਤੰਤਰਤਾ ਅਤੇ ਸਮਾਨਤਾ ਅਤੇ ਭਾਈਚਾਰੇ ਦਾ ਸਿਧਾਂਤ। ਜਾਂ ਇਹ ਪੁੱਛ ਲਿਆ ਜਾਂਦਾ ਹੈ ਸਮਾਨਤਾ ਦਾ ਸਿਧਾਂਤ ਜਾਂ ਸੁਤੰਤਰਤਾ ਦਾ ਸਿਧਾਂਤ ਜਾਂ ਗਣਤੰਤਰ। ਤਾਂ ਜ਼ਿਆਦਾਤਰ ਸੁਤੰਤਰਤਾ ਅਤੇ ਸਮਾਨਤਾ ਇਹ ਪੁੱਛਿਆ ਜਾਂਦਾ, ਜ਼ਿਆਦਾ ਇੰਪੋਰਟੈਂਟ ਨਹੀਂ ਹੈ, ਫਿਰ ਵੀ ਇੱਕ ਵਾਰ ਜ਼ਰੂਰ ਰੀਡ ਕਰ ਲਿਓ। ਤਾਂ ਇਹ ਫਰਾਂਸ ਦੇ ਸੰਵਿਧਾਨ ਤੋਂ ਲੈ ਗਿਆ। 9ਵਾਂ ਹੈ ਸੰਵਿਧਾਨ ਦੇ ਵਿੱਚ ਸੋਧ ਕਰਨ ਦੀ ਵਿਧੀ। ਇਹ ਮੋਸਟ ਇੰਪੋਰਟੈਂਟ ਹੈ। ਤਾਂ ਦੱਖਣੀ ਅਫਰੀਕਾ ਦੇ ਸੰਵਿਧਾਨ ਤੋਂ ਇਹ ਜਿਹੜੀ ਲਈ ਗਈ ਹੈ। ਅੱਗੇ ਹੈ ਕਾਨੂੰਨ ਨਿਰਮਾਣ ਦਾ ਪੜਾਅ, ਕਾਨੂੰਨ ਦਾ ਨਿਰਮਾਣ ਸ਼ਾਰਟ ਦੇ ਵਿੱਚ। ਤਾਂ ਜਾਪਾਨੀ ਸੰਵਿਧਾਨ, ਤਾਂ ਇਹ ਜ਼ਿਆਦਾ ਕਰਨਾ ਇਹਦੇ ਵਿੱਚ ਜ਼ਰੂਰੀ ਨਹੀਂ ਹੈ, ਇਹ ਇੰਨਾ ਇੰਪੋਰਟੈਂਟ ਨਹੀਂ ਹੈ। ਤਾਂ ਇਹ ਸਾਰੇ ਇੰਪੋਰਟੈਂਟ 10 ਸੋਮੇ ਨੇ। 10 ਦੇ ਵਿੱਚੋਂ ਕਿਹੜੇ ਕਿਹੜੇ ਕਰਨੇ ਆ? ਸੰਸਦੀ ਪ੍ਰਣਾਲੀ ਆ ਗਈ ਤੁਹਾਡੀ, ਇਕਹਿਰੀ ਨਾਗਰਿਕਤਾ ਆ ਗਈ, ਇਹ ਪੁੱਛੀ ਜਾਂਦੀ ਹੈ। ਇਕਹਿਰੀ ਨਾਗਰਿਕਤਾ ਦੇ ਕੁਐਸਚਨ ਬਣਦਾ ਹੈ, ਪੁੱਛਿਆ ਜਾਂਦਾ ਹੈ। ਤਾਂ ਬ੍ਰਿਟਿਸ਼ ਸੰਵਿਧਾਨ ਤੋਂ ਇੱਕ ਤਾਂ ਇਹ ਜ਼ਰੂਰ ਯਾਦ ਕਰ ਲਿਓ। ਮੌਲਿਕ ਅਧਿਕਾਰ ਪੁੱਛੇ ਜਾਂਦੇ ਨੇ, ਤਾਂ ਅਮਰੀਕਾ ਦੇ, USA ਤੋਂ ਲਏ ਨੇ। ਨਿਰਦੇਸ਼ਕ ਸਿਧਾਂਤ ਇਹਦਾ ਜ਼ਰੂਰੀ ਕਰਨਾ ਹੀ ਕਰਨਾ ਹੈ, ਅਕਸਰ ਐਗਜ਼ਾਮ ਦੇ ਵਿੱਚ ਆਉਂਦਾ ਹੈ, ਆਇਰਲੈਂਡ ਦੇ ਸੰਵਿਧਾਨ ਤੋਂ। ਇਸ ਤੋਂ ਬਾਅਦ ਪਹਿਲੇ 3 ਹੋ ਗਏ ਤੁਹਾਡੇ। ਫਿਰ ਆ ਗਿਆ 5ਵਾਂ ਸਮਵਰਤੀ ਸੂਚੀ, ਇਹ ਜ਼ਰੂਰ ਪੁੱਛਿਆ ਜਾਂਦਾ ਹੈ, ਤਾਂ ਆਸਟ੍ਰੇਲੀਆ ਦੇ ਸੰਵਿਧਾਨ ਤੋਂ। ਫਿਰ 7ਵਾਂ ਆ ਗਿਆ ਮੌਲਿਕ ਕਰਤੱਵ। ਮੌਲਿਕ ਕਰਤੱਵ ਦੇ ਅਧਿਕਾਰ ਅਲੱਗ ਅਲੱਗ ਨੇ। ਮੌਲਿਕ ਕਰਤੱਵ ਰੂਸ ਦੇ ਸੰਵਿਧਾਨ ਤੋਂ ਜਾਂ ਸੋਵੀਅਤ ਸੰਵਿਧਾਨ। ਤਾਂ 7ਵਾਂ ਕਰ ਲਿਓ। ਇਸ ਤੋਂ ਬਾਅਦ ਆ ਗਿਆ 9ਵਾਂ ਸੰਵਿਧਾਨ ਦੇ ਵਿੱਚ ਸੋਧ। ਪਹਿਲਾਂ ਇਹ ਐਗਜ਼ਾਮ ਦੇ ਵਿੱਚ ਫਿਲਹਾਲ ਤਾਂ ਨਹੀਂ ਆਇਆ, ਚਾਂਸ ਹੈ ਨੇ ਐਗਜ਼ਾਮ ਦੇ ਵਿੱਚ ਆਉਣ ਦੇ। ਸੰਵਿਧਾਨ ਦੇ ਵਿੱਚ ਸੋਧ ਕਰਨ ਦੀ ਵਿਧੀ ਤਾਂ ਦੱਖਣੀ ਅਫਰੀਕਾ ਦੇ ਸੰਵਿਧਾਨ ਤੋਂ ਜਿਹੜੀ ਲਈ ਗਈ ਹੈ। ਵੈਸੇ ਤਾਂ 10 ਦੇ 10 ਯਾਦ ਹੋ ਜਾਣਗੇ, ਬਾਕੀ ਜਿਹੜੇ ਇੰਪੋਰਟੈਂਟ ਨੇ ਇਹਦੇ ਵਿੱਚ 5-7 ਦਾ ਜ਼ਰੂਰ ਬਣਦੇ ਹੀ ਬਣਦੇ ਨੇ। ਤਾਂ ਇਹਨਾਂ ਵਿੱਚ ਤੁਹਾਨੂੰ ਕੁਐਸਚਨ ਹੈ ਜਿਹੜੇ ਆਉਣਗੇ ਹੀ ਆਉਣਗੇ। ਇਹ ਪੋਲਿਟੀ ਦੀ ਐ ਕਹਿ ਸਕਦੇ ਹੋ ਵੀ ਸੈਂਟਰ ਹੈ ਧੁਰਾ ਹੈ, ਇਸ ਬਿਨਾਂ ਪੋਲਿਟੀ ਹੈ ਜਿਹੜੀ ਅਧੂਰੀ ਹੈ। ਬਾਕੀ ਦੇ ਕੁਐਸਚਨ ਬਾਅਦ 'ਚ ਬਣਦੇ ਆ। ਸੋ ਇਹਨਾਂ ਦੇ ਵਿੱਚੋਂ ਹੀ ਇਕੱਲੇ ਇੱਕ 'ਚੋਂ ਹੀ ਕਿੰਨੇ ਕੁਐਸਚਨ ਜਿਹੜੇ ਅੱਗੇ ਬਣ ਜਾਂਦੇ ਆ। ਇਸ ਕਰਕੇ ਤੁਹਾਨੂੰ ਸ਼ਾਰਟ ਦੇ ਵਿੱਚ ਇਹ ਜਾਣਕਾਰੀ ਹੈ ਜਿਹੜੀ ਪ੍ਰੋਵਾਈਡ ਕਰਾਈ ਹੈ। ਅੱਗੇ ਆ ਭਾਰਤੀ ਦੇ ਸੰਵਿਧਾਨ ਨਾਲ ਸੰਬੰਧਿਤ ਮਿਤੀਆਂ ਨੇ, ਇਹਦੇ ਵਿੱਚ ਵੀ ਕੁਐਸਚਨ ਪੁੱਛੇ ਜਾਂਦੇ ਆ। ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਮੋਸਟ ਇੰਪੋਰਟੈਂਟ ਹੈ, ਕਦੋਂ ਹੋਈ ਸੀ? 2 ਮੀਟਿੰਗਾਂ ਹੋਈਆਂ ਸੀਗੀਆਂ। ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਸੀ ਜਿਹੜੀ 9 ਦਸੰਬਰ 1946 ਦੇ ਵਿੱਚ ਹੋਈ ਸੀ। ਉਦੇਸ਼ ਪ੍ਰਸਤਾਵ ਕਦੋਂ ਪੇਸ਼ ਕੀਤਾ ਗਿਆ ਸੀ ਜਾਂ ਇਹਦੀ ਪੇਸ਼ਕਾਰੀ? ਤਾਂ 13 ਦਸੰਬਰ 1946 ਮੀਟਿੰਗ ਹੋਣ ਤੋਂ ਬਾਅਦ। ਭਾਰਤੀ ਸੰਵਿਧਾਨ ਨੂੰ ਸਵੀਕਾਰ ਕਦੋਂ ਕੀਤਾ ਸੀਗਾ? ਕਨਸਟੀਟਿਊਸ਼ਨ ਅਡੋਪਟਡ ਕਦੋਂ ਕੀਤਾ ਸੀਗਾ? 26 ਨਵੰਬਰ 1949 ਨੂੰ ਸਵੀਕਾਰ ਕੀਤਾ ਗਿਆ, ਲਾਗੂ ਕੀਤਾ ਗਿਆ। ਇਹ ਅਲੱਗ-ਅਲੱਗ ਡੇਟ ਹੈ, ਇਹਦੇ ਵਿੱਚ ਕਨਫਿਊਜ਼ ਨਾ ਹੋਇਓ। ਸਵੀਕਾਰ ਕੀਤਾ ਗਿਆ ਸੀ ਭਾਰਤੀ ਸੰਵਿਧਾਨ ਨੂੰ 26 ਨਵੰਬਰ ਹੈ 1949 ਨੂੰ। ਅੱਗੇ ਸੰਵਿਧਾਨ ਸਭਾ ਦੇ ਮੈਂਬਰਾਂ ਦੁਆਰਾ ਸੰਵਿਧਾਨ 'ਤੇ ਦਸਤਖਤ ਕਦੋਂ ਕੀਤੇ ਗਏ ਸੀਗੇ? 24 ਜਨਵਰੀ 1950 ਨੂੰ ਆਪਣਾ ਸੰਵਿਧਾਨ ਸਵੀਕਾਰ ਕੀਤਾ ਗਿਆ 26 ਨਵੰਬਰ 1949 ਨੂੰ। ਫਿਰ ਸੰਵਿਧਾਨ ਸਭਾ ਦੇ ਮੈਂਬਰ ਸੀ ਜਿਹੜੇ, ਇਹਨਾਂ ਦੇ ਦੁਆਰਾ ਸੰਵਿਧਾਨ 'ਤੇ ਦਸਤਖਤ ਕੀਤੇ ਗਏ ਸੀਗੇ 24 ਜਨਵਰੀ 1950 ਨੂੰ। ਲਾਗੂ ਕਦੋਂ ਹੋਇਆ ਸੀ ਭਾਰਤੀ ਸੰਵਿਧਾਨ? ਇਸ ਤੋਂ ਬਾਅਦ ਲਾਗੂ ਹੁੰਦਾ ਹੈ 26 ਜਨਵਰੀ 1950 ਨੂੰ। ਸੋ ਇਹ 'ਤੇ 3, 4 ਅਤੇ 5 ਇਹ ਕਾਲਮ ਨੇ, ਇਹ ਲਗਾਤਾਰ ਯਾਦ ਰੱਖਿਓ। ਸਟਾਰਟਿੰਗ ਹੁੰਦੀ ਹੈ ਭਾਰਤੀ ਸੰਵਿਧਾਨ ਨੂੰ ਸਵੀਕਾਰ ਕਰਨ 'ਤੇ 26 ਨਵੰਬਰ 1949 ਨੂੰ ਭਾਰਤੀ ਸੰਵਿਧਾਨ ਸਵੀਕਾਰ ਕੀਤਾ ਗਿਆ। ਫਿਰ 24 ਜਨਵਰੀ 1950, 1949 ਤੇ 1950 ਹੋ ਗਿਆ। ਨਵੰਬਰ ਤੋਂ ਜਨਵਰੀ ਆ ਗਈ, 26 ਤੋਂ 24 ਜਨਵਰੀ ਹੋ ਗਈ, ਯਾਨੀ ਕਿ ਅਗਲੇ ਮਹੀਨੇ ਆਉਂਦੇ ਗਏ। ਤਾਂ ਦਸਤਖਤ ਹੋਏ ਸੀਗੇ ਜਿਹੜੇ 24 ਜਨਵਰੀ 1950 ਨੂੰ ਹੋਏ ਸੀ, ਲਾਗੂ ਹੋ ਗਿਆ ਸੀ 26 ਜਨਵਰੀ 1950। ਸੋ ਬਿਲਕੁਲ ਹੋਰ ਤਰੀਕੇ ਨਾਲ ਸੌਖਾ ਕਰਨਾ ਹੈ ਤਾਂ 4 ਅਤੇ 5 ਕਾਲਮ ਜਿਹੜੇ ਤੁਸੀਂ ਯਾਦ ਰੱਖ ਲਿਓ, ਕਿਉਂਕਿ 24 ਅਤੇ 26 ਜਨਵਰੀ 'ਚ ਥੋੜ੍ਹੀ ਫਰਕ ਹੈ, ਬਾਕੀ 1950 ਹੈ।
ਸੰਵਿਧਾਨ 'ਤੇ ਦਸਤਖਤ 24 ਜਨਵਰੀ 1950 ਨੂੰ ਹੋਏ ਅਤੇ ਇਸ ਤੋਂ ਬਾਅਦ 26 ਜਨਵਰੀ ਨੂੰ ਜਿਹੜਾ ਸੰਵਿਧਾਨ ਸੀ ਉਹ ਲਾਗੂ ਹੋ ਗਿਆ ਸੀ। ਇਸ ਤੋਂ ਬਾਅਦ ਯਾਦ ਕਰ ਲਿਓ ਤੁਸੀਂ ਸੰਵਿਧਾਨ ਨੂੰ ਸਵੀਕਾਰ ਕਦੋਂ ਕੀਤਾ ਗਿਆ ਤਾਂ 1949 26 ਨਵੰਬਰ 1949 ਦੇ ਵਿੱਚ। ਬਾਕੀ ਮੀਟਿੰਗ ਵਾਲਾ ਜ਼ਰੂਰ ਯਾਦ ਰੱਖ ਲਿਓ, ਮੀਟਿੰਗ ਵਾਲਾ ਜ਼ਰੂਰ ਆਉਂਦਾ ਹੈ। ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ 9 ਦਸੰਬਰ 1940 ਦੇ ਵਿੱਚ ਹੋਈ ਸੀ। ਹੋਰ ਇਹਦੇ ਵਿੱਚ ਕੋਈ ਯਾਦ ਕਰਨ ਵਾਲੀ ਜ਼ਰੂਰੀ ਨਹੀਂ ਹੈ। ਇਹ ਆਪਣੇ ਆਪ ਦੇ ਵਿੱਚ 5-6 ਜਿਹੜੇ ਕੁਐਸਚਨ ਬਣਦੇ ਹੈ ਜੋ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਆ। ਸੋ ਇਹ ਸ਼ਾਰਟ ਜਾਣਕਾਰੀ ਸੀ। ਇਸ ਤੋਂ ਬਾਅਦ ਤੁਹਾਨੂੰ ਅਨੁਛੇਦ 'ਤੇ ਵੀ ਅਲੱਗ ਤੋਂ ਵੀਡੀਓ ਇਸੇ ਤਰ੍ਹਾਂ ਹੀ ਪ੍ਰੋਵਾਈਡ ਕਰ ਦਾਂਗੇ। ਵਿਸ਼ੇ ਨੇਗੇ ਕਿਹੜੇ ਅਨੁਛੇਦ ਵਿੱਚ ਕੀ ਹੈ ਅਤੇ ਸਾਰੀ ਜਾਣਕਾਰੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਸ਼ਾਰਟ ਦੇ ਵਿੱਚ। ਇਸ ਤੋਂ ਇਲਾਵਾ ਬਾਕੀ ਕੰਟੀਨਿਊ ਪ੍ਰਸ਼ਨ ਉੱਤਰ ਜਿਹੜੇ ਚੱਲਦੇ ਰਹਿਣਗੇ। ਅੱਗੇ ਭਾਗਾਂ ਦੇ ਵਿੱਚ ਇਹਨਾਂ ਦੇ ਵਿੱਚੋਂ ਨਿਕਲ ਕੇ ਪ੍ਰਸ਼ਨ ਹੈ ਜਿਹੜੇ ਉਹ ਤੁਹਾਨੂੰ ਆਉਣਗੇ। ਸੋ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ। ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਤੁਹਾਨੂੰ ਕਲਾਸ ਦੀ ਅਪਡੇਟ ਸਮੇਂ ਸਿਰ ਮਿਲਦੀ ਰਹੇ। ਧੰਨਵਾਦ।